ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ। ਹੇ ਕਬੀਰ, ਮੇਰੇ ਅੰਦਰ ਤਾਂਘ ਹੈ ਕਿ ਮੈਂ ਆਪਾ ਭਾਵ ਮਿਟਾ ਦਿਆਂ, ਮਮਤਾ ਮੁਕਾ ਦਿਆਂ, ਪਰ ਇਹ ਆਪਾ ਭਾਵ ਤਦੋਂ ਹੀ ਮਿਟ ਸਕਦਾ ਹੈ ਜੇ ਪ੍ਰਭੂ ਦੇ ਦਰ ਤੇ ਡਿੱਗ ਪਈਏ। ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਇਸ ਤਰ੍ਹਾਂ ਕੋਈ ਅਜਬ ਗੱਲ ਨਹੀਂ ਕਿ ਮਿਹਰ ਕਰਕੇ ਉਹ ਬਖਸ਼ਿੰਦ ਪ੍ਰਭੂ ਕਦੇ ਪੁੱਛ ਹੀ ਪਏ ਕਿ ਮੇਰੇ ਦਰਵਾਜ਼ੇ ਉੱਤੇ ਕੌਣ ਡਿੱਗ ਪਿਆ ਹੈ। ਕਬੀਰ ਨਾ ਹਮ ਕੀਆ ਨਾ ਕਰੈਗੇ, ਨਾ ਕਰ ਸਕੈ ਸਰੀਰ। ਹੇ ਕਬੀਰ, ਇਹ ਮੇਰੀ ਹਿੰਮਤ ਨਹੀਂ ਸੀ ਕਿ ਕਾਮਾਂ ਦੇ ਕਲਾਖ ਇਹਰੀ ਦੀ ਮਾਰ ਤੋਂ ਬਚ ਕੇ ਮੈਂ ਪ੍ਰਭੂ ਚਰਨਾਂ ਵਿੱਚ ਜੁੜ ਸਕਦਾ। ਅਗਾਂਹ ਨੂੰ ਵੀ ਮੇਰੇ ਵਿੱਚ ਇਹ ਤਾਕਤ ਨਹੀਂ ਆ ਸਕਦੀ ਕਿ ਖੁਦ ਇਹਨਾਂ ਵਿਕਾਰਾਂ ਦਾ ਟਾਕਰਾ ਕਰਾਂ। ਮੇਰਾ ਇਹ ਸਰੀਰ ਇਤਨੇ ਜੋਗਾ ਹੈ ਹੀ ਨਹੀਂ। ਕਿਆ ਜਾਨੋ ਕਿਸ ਹਰ ਕੀਆ, ਪਇਓ ਕਬੀਰ ਕਬੀਰ। ਅਸਲ ਗੱਲ ਇਹ ਹੈ ਕਿ ਕਾਮਾਦਿਕਾਂ ਨੂੰ ਜਿੱਤ ਕੇ ਜੋ ਥੋੜੀ ਬਹੁਤ ਭਗਤੀ ਮੈਥੋਂ ਹੋਈ ਹੈ, ਇਹ ਸਭ ਕੁਝ ਪ੍ਰਭੂ ਨੇ ਆਪ ਕੀਤਾ ਹੈ ਤੇ ਉਸ ਦੀ ਮਿਹਰ ਨਾਲ ਕਬੀਰ ਭਗਤ ਮਸ਼ਹੂਰ ਹੋ ਗਿਆ ਹੈ। ਕਬੀਰ ਸੁਪਨੈ ਹੂੰ ਬਰੜਾਏ ਕੈ, ਜੇ ਮੁਖ ਨਿਕਸੈ ਰਾਮ। ਹੇ ਕਬੀਰ, ਸੁੱਤੇ ਪਿਆ ਸੁਪਨੇ ਵਿੱਚ ਉੱਚੀ ਬੋਲਿਆ, ਜੇ ਕਿਸੇ ਮਨੁੱਖ ਦੇ ਮੂੰਹੋਂ ਪ੍ਰਮਾਤਮਾ ਦਾ ਨਾਮ ਨਿਕਲੇ ਤਾਂ ਕੇ ਪਗ ਕੀ ਪਾ ਨਹੀਂ, ਮੇਰੇ ਤਨ ਕੋ ਚਾਮ। ਉਸ ਦੇ ਪੈਰਾਂ ਦੀ ਜੁੱਤੀ ਵਾਸਤੇ ਮੇਰੇ ਸਰੀਰ ਦੀ ਖਲ ਹਾਜ਼ਰ ਹੈ, ਭਾਵ ਮੈਂ ਹਰ ਤਰ੍ਹਾਂ ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ। ਕਬੀਰ ਮਾਟੀ ਕੇ ਹਮ ਪੁੱਤਰੇ, ਮਾਨਸ ਰਾਖਿਓ ਨਾਉ। ਹੇ ਕਬੀਰ, ਅਸੀਂ ਮਿੱਟੀ ਦੀਆਂ ਪੁਤਲੀਆਂ ਹਾਂ। ਅਸਾਂ ਆਪਣੇ ਆਪ ਦਾ ਨਾਮ ਤਾਂ ਮਨੁੱਖ ਰੱਖ ਲਿਆ ਹੈ, ਪਰ ਰਹੇ ਅਸੀਂ ਮਿੱਟੀ ਦੇ ਹੀ ਪੁਤਲੇ, ਕਿਉਂਕਿ ਜਿਸ ਪਰਮਾਤਮਾ ਨੇ ਸਾਡਾ ਇਹ ਪੁਤਲਾ ਸਜਾ ਕੇ ਇਸ ਵਿੱਚ ਆਪਣੀ ਜੋਤ ਪਾਈ ਹੈ, ਉਸ ਨੂੰ ਵਿਸਾਰ ਕੇ ਮਿੱਟੀ ਨਾਲ ਹੀ ਪਿਆਰ ਕਰ ਰਹੇ ਹਾਂ। 4 ਦਿਵਸ ਕੇ ਪਾਹੁਣੇ, ਬੜ ਬੜ ਰੁੰਦੈ ਠਾਉ। ਅਸੀਂ ਇੱਥੇ 4 ਦਿਨਾਂ ਲਈ ਪ੍ਰਾਹੁਣੇ ਹਾਂ, ਪਰ ਵਧੀਕ ਥਾਂ ਮੱਲਦੇ ਜਾ ਰਹੇ ਹਾਂ। ਕਬੀਰ ਮਹਿੰਦੀ ਕਰ ਘਾਲਿਆ, ਆਪ ਪਿਸਾਏ ਪਿਸਾਏ। ਹੇ ਕਬੀਰ, ਮਹਿੰਦੀ ਪੀ ਕੇ ਬਰੀਕ ਕਰੀਦੀ ਹੈ ਤੇ ਫਿਰ ਪੈਰੀ ਲਾਈਦੀ ਹੈ। ਇਸ ਤਰ੍ਹਾਂ ਮਹਿੰਦੀ ਦੇ ਸਹੇ ਹੋਏ ਕਸ਼ਟ ਮਾਨੋ ਕਬੂਲ ਪੈ ਜਾਂਦੇ ਹਨ, ਪਰ ਤੈ ਸ਼ੈ ਬਾਤ ਨਾ ਪੁੱਛੀਐ, ਕਬਹੂ ਨਾ ਲਾਈ ਪਾਈ। ਜਿਸ ਮਨੁੱਖ ਨੇ ਆਪਣੇ ਆਪ ਨੂੰ ਤਪ ਆਦਿਕਾਂ ਦੇ ਕਸ਼ਟ ਦੇ ਕੇ ਬੜੀ ਘਾਲ ਘਾਲੀ, ਜਿਵੇਂ ਮਹਿੰਦੀ ਨੂੰ ਪੀ ਕੇ ਬਰੀਕ ਕਰੀਦਾ ਹੈ, ਹੇ ਪ੍ਰਭੂ, ਤੂੰ ਉਸ ਦੀ ਘਾਲ ਕਮਾਈ ਵੱਲ ਤਾਂ ਪਰਤ ਕੇ ਤੱਕਿਆ ਵੀ ਨਾ। ਤੂੰ ਉਸ ਨੂੰ ਕਦੇ ਆਪਣੇ ਚਰਨਾਂ ਵਿੱਚ ਨਾ ਜੋੜਿਆ। ਕਬੀਰ ਜਿਹ ਦਰ ਆਵਤ ਜਾਤਿਓ, ਹਟ ਕੈ ਨਾਹੀ ਕੋਏ। ਹੇ ਕਬੀਰ, ਜਿਸ ਦਰ ਤੇ ਟਿਕੇ ਰਿਹਾ, ਲਾਖ ਹੇਰੀ ਪੰਚੋ ਲਰਕਾ ਆਦਿਕ ਵਿੱਚੋਂ ਕੋਈ ਵੀ ਜੀਵਨ ਦੇ ਸਹੀ ਰਾਹ ਵਿੱਚ ਰੋਕ ਨਹੀਂ ਪਾ ਸਕਦਾ। ਸੋ ਦਰ ਕੈਸੇ ਛੋਡੀਐ,
ਜੋ ਦਰ ਐਸਾ ਹੋਏ। ਜੋ ਦਰਵਾਜ਼ਾ ਅਜਿਹਾ ਹੈ ਉਹ ਦਰ ਕਦੇ ਛੱਡਣਾ ਨਹੀਂ ਚਾਹੀਦਾ। ਕਬੀਰ ਡੂਬਾ ਥਾਪੈ ਉਬਰਿਓ, ਗੁਣ ਕੀ ਲਹਿਰ ਚਬਕ। ਹੇ ਕਬੀਰ, ਸੰਸਾਰ ਸਮੁੰਦਰ ਵਿੱਚ ਮੈਂ ਡੁੱਬ ਚੱਲਿਆ ਸਾਂ, ਪਰ ਪ੍ਰਭੂ ਦੀ ਸਿਫਤ ਸਲਾਹ ਦੀ ਲਹਿਰ ਦੇ ਧੱਕੇ ਨਾਲ ਸੰਸਾਰਕ ਮੋਹ ਦੀਆਂ ਠਿੱਲਾਂ ਵਿੱਚੋਂ ਮੈਂ ਉਤਾਹਾਂ ਚੱਕਿਆ ਗਿਆ। ਜਬ ਦੇਖਿਓ ਬੇੜਾ ਜਰਜਰਾ, ਤਬ ਉਤਰ ਪਰਿਓ ਹਾਂ ਫਰਕ। ਪਹਿਲਾਂ ਮੋਹ ਵਿੱਚ ਮਸਤ ਸਾਂ, ਹੁਣ ਅੱਖਾਂ ਖੁੱਲ੍ਹ ਆਈਆਂ। ਉਸ ਵੇਲੇ ਮੈਂ ਵੇਖਿਆ ਕਿ ਜਿਸ ਸਰੀਰਕ ਮੋਹ ਦੇ ਬੇੜੇ ਵਿੱਚ ਮੈਂ ਸਵਾਰ ਹਾਂ ਉਹ ਥੋੜ੍ਹਾ ਬਹੁਤ ਪੁਰਾਣਾ ਹੋਇਆ ਹੈ, ਵਿਕਾਰਾਂ ਨਾਲ ਸ਼ੇਕੋ ਸ਼ੇਕ ਹੋਇਆ ਪਿਆ ਹੈ। ਮੈਂ ਛਾਲ ਮਾਰ ਕੇ ਉਸ ਆਪਣੱਤ ਦੇ ਬੇੜੇ ਵਿੱਚ ਉਤਰ ਪਿਆ। ਮੈਂ ਆਪਣੱਤ ਸਰੀਰਕ ਮੋਹ ਛੱਡ ਦਿੱਤਾ, ਪਰ ਇਹ ਸਭ ਕੁਝ ਇਸੇ ਕਰਕੇ ਸੀ ਕਿ ਮੈਂ ਉਹ ਦਰ ਨਾ ਛੱਡਿਆ ਜਿਸ ਦਰ ਤੇ ਟਿਕਿਆ ਹਟ ਕੇ ਨਾਹੀ ਕੋਏ। ਕਬੀਰ ਪਾਪੀ ਭਗਤ ਨਾ ਪਾਵਈ, ਹਰ ਪੂਜਾ ਨਾ ਸੁਹਾਏ। ਹੇ ਕਬੀਰ, ਭਾਵੇਂ ਪ੍ਰਭੂ ਦੇ ਦਰ ਤੇ ਟਿਕੇ ਰਹਿਣ ਵਿੱਚ, ਪ੍ਰਭੂ ਦੀ ਸਿਫਤ ਸਲਾਹ ਕਰਨ ਵਿੱਚ ਇਹ ਬਰਕਤ ਹੈ ਕਿ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਬਚ ਜਾਈਦਾ ਹੈ। ਪਰ ਵਿਕਾਰੀ ਬੰਦੇ ਨੂੰ ਪ੍ਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗਦੀ। ਪ੍ਰਮਾਤਮਾ ਦੀ ਪੂਜਾ ਸੁਖਾਂਦੀ ਨਹੀਂ, ਸੁਖ ਦੇਣ ਵਾਲੀ ਨਹੀਂ ਜਾਪਦੀ। ਮਾਖੀ ਚੰਦਨ ਪਰ ਹਰੈ, ਜਿਹ ਬਿਗੰਧ ਤਹ ਜਾਏ। ਵਿਕਾਰੀ ਬੰਦੇ ਦਾ ਸੁਭਾਅ ਮੱਖੀ ਵਾਂਗ ਹੋ ਜਾਂਦਾ ਹੈ। ਮੱਖੀ ਸੋਹਣੀ ਖੁਸ਼ਬੂ ਵਾਲੇ ਚੰਦਨ ਨੂੰ ਤਿਆਗ ਦਿੰਦੀ ਹੈ, ਜਿੱਥੇ ਬਦਬੂ ਹੋਵੇ ਉੱਥੇ ਜਾਂਦੀ ਹੈ। ਕਬੀਰ ਵੈਦ ਮੁਆ ਰੋਗੀ ਮੁਆ, ਮੁਆ ਸਭ ਸੰਸਾਰ। ਹੇ ਕਬੀਰ, ਮਾਇਕ ਭੋਗਾਂ ਦੀ ਖਾਤਰ ਖੱਪ ਖੱਪ ਕੇ ਸਾਰਾ ਜਗਤ ਸੰਸਾਰ ਸਮੁੰਦਰ ਵਿੱਚ ਡੁੱਬ ਕੇ, ਮਾਇਕ ਮੋਹ ਵਿੱਚ ਡੁੱਬ ਕੇ ਆਤਮਕ ਮੌਤੇ ਮਰ ਰਿਹਾ ਹੈ। ਚਾਹੇ ਕੋਈ ਰੋਗੀ ਹੈ ਤੇ ਚਾਹੇ ਕੋਈ ਹਕੀਮ ਹੈ। ਭਾਵ ਇੱਕ ਤਾਂ ਉਹ ਬੰਦੇ ਹਨ ਜੋ ਅਣਜਾਣ ਤੇ ਮੂੜ ਹੋਣ ਕਰਕੇ ਜੀਵਨ ਦਾ ਰਾਹ ਜਾਣਦੇ ਹੀ ਨਹੀਂ ਤੇ ਵਿਕਾਰਾਂ ਵਿੱਚ ਫਸੇ ਪਏ ਹਨ। ਦੂਜੇ ਉਹ ਹਨ ਜੋ ਵਿਦਵਾਨ ਪੰਡਿਤ ਹਨ ਤੇ ਮੂਰਖ ਲੋਕਾਂ ਨੂੰ ਉਪਦੇਸ਼ ਕਰਦੇ ਹਨ। ਪਰ ਹਾਲਤ ਦੋਹਾਂ ਦੀ ਇਹ ਹੈ ਕਿ ਇਹਨਾਂ ਦੀ ਸਾਰੀ ਦੌੜ ਭੱਜ ਮਾਇਕ ਭੋਗਾਂ ਵਾਸਤੇ ਹੀ ਹੈ। ਇਹਨਾਂ ਦੇ ਗਿਆਨ ਇੰਦਰੀ ਆਪੋ ਆਪਣੇ ਵਿਸ਼ੇ ਭੋਗਾਂ ਵੱਲ ਖੱਪ ਰਹੇ ਹਨ, ਭੋਗਾਂ ਨੂੰ ਰੋ ਰਹੇ ਹਨ। ਇੱਕ ਭਗਤੀ ਤੋਂ ਵਾਂਝੇ ਰਹਿਣ ਕਰਕੇ ਇਹ ਸਭ ਆਤਮਕ ਮੌਤੇ ਮਰੇ ਪਏ ਹਨ। ਏਕ ਕਬੀਰਾ ਨਾਮ ਆ, ਜਿਹ ਨਾਹੀ ਰੋਵਣ ਹਾਰ। ਹੇ ਕਬੀਰ, ਸਿਰਫ ਉਹ ਮਨੁੱਖ ਆਤਮਕ ਮੌਤੇ ਨਹੀਂ ਮਰਦਾ ਜਿਸ ਦਾ ਕੋਈ ਸੰਗੀ ਸਾਥੀ ਗਿਆਨ ਇੰਦਰਾ ਮਾਇਕ ਭੋਗਾਂ ਦੀ ਖਾਤਰ ਰੋ ਨਹੀਂ ਰਿਹਾ, ਖੱਪ ਨਹੀਂ ਰਿਹਾ। ਤੇ ਅਜਿਹਾ ਮਨੁੱਖ ਸਿਰਫ ਉਹੀ ਹੋ ਸਕਦਾ ਹੈ ਜੋ ਪ੍ਰਭੂ ਦਰ ਨਹੀਂ ਛੱਡਦਾ, ਕਿਉਂਕਿ ਪ੍ਰਭੂ ਦਰ ਤੇ ਰਿਹਾ ਹਟ ਕੇ ਨਾਹੀ ਕੋਏ। ਕਬੀਰ ਰਾਮ ਨਾ ਧਿਆਇਓ, ਮੋਟੀ ਲਾਗੀ ਖੋਰ। ਹੇ ਕਬੀਰ, ਜਿਸ ਮਨੁੱਖ ਨੇ ਪ੍ਰਮਾਤਮਾ ਦਾ ਸਿਮਰਨ ਨਹੀਂ ਕੀਤਾ ਉਸ ਨੂੰ ਅੰਦਰੋਂ ਅੰਦਰ ਵਿਕਾਰ ਖੋਖਲਾ ਕਰੀ ਜਾਂਦੇ ਹਨ ਤੇ ਉਹ ਸਹਿਜੇ ਸਹਿਜੇ ਆਤਮਕ ਮੌਤੇ ਮਰਦਾ ਜਾਂਦਾ ਹੈ। ਕਾਇਆ ਹਾਂਡੀ ਕਾਠ ਕੀ, ਨਾ ਉਚਰੈ ਬਹੋਰ। ਜਿਵੇਂ ਲੱਕੜ ਦੀ ਹਾਂਡੀ ਚੁੱਲ੍ਹੇ ਉੱਤੇ ਇੱਕ ਵਾਰ ਸੜ ਕੇ ਮੁੜ ਚੁੱਲ੍ਹੇ ਉੱਤੇ ਨਹੀਂ ਚੜ੍ਹ ਸਕਦੀ, ਤਿਵੇਂ ਵਿਕਾਰਾਂ ਦੀ ਅੱਗ ਵਿੱਚ ਸੜ ਮੋਏ ਮਨੁੱਖ ਦਾ ਇਹ ਸਰੀਰ ਹੈ ਜੋ ਇਸ ਨੂੰ ਦੂਜੀ ਵਾਰੀ ਨਹੀਂ ਮਿਲਦਾ। ਕਬੀਰ ਐਸੀ ਹੋਏ ਪਰੀ, ਮਨ ਕੋ ਪਾਵਤ ਕੀਨਾ।
ਜਿਸ ਮਨੁੱਖ ਨੂੰ ਪ੍ਰਭੂ ਮਨ ਪਾਉਂਦੀ ਭਗਤੀ ਦੀ ਦਾਤ ਬਖਸ਼ਦਾ ਹੈ, ਜਿਸ ਉੱਤੇ ਇਹ ਅਜਬ ਮਿਹਰ ਹੁੰਦੀ ਹੈ, ਉਹ ਮਨੁੱਖ ਵੀ ਖੁਸ਼ੀ ਖੁਸ਼ੀ ਆਪਾ ਭਾਵ ਤਿਆਗਦਾ ਹੈ। ਮਰਨੇ ਤੇ ਕਿਆ ਡਰਪਣਾ, ਜਬ ਹਾਥ ਸੇ ਦੌਰਾ ਲੀਨਾ। ਹੇ ਕਬੀਰ, ਜਦੋਂ ਕੋਈ ਇਸਤਰੀ ਆਪਣੇ ਪਤੀ ਦੇ ਮਰਨ ਤੇ ਹੱਥ ਵਿੱਚ ਸੰਧੂਰਿਆ ਹੋਇਆ ਨਲੀਏਰ ਫੜ ਲੈਂਦੀ ਹੈ ਤਾਂ ਉਹ ਮਰਨ ਤੋਂ ਨਹੀਂ ਡਰਦੀ। ਕਬੀਰ ਰਸ ਕੋ ਗਾਂਡੋ ਚੂਸੀਐ, ਗੁਣ ਕੋ ਮਰੀਐ ਰੋਏ। ਹੇ ਕਬੀਰ, ਰਸ ਨਾਲ ਭਰਿਆ ਹੋਇਆ ਗੰਨਾ ਵੇਲਣੇ ਵਿੱਚ ਪੀੜਿਆ ਜਾਂਦਾ ਹੈ, ਭਾਵ ਰਸ ਦੀ ਦਾਤ ਦੇ ਇਵਜ਼ ਵਿੱਚ ਉਸ ਨੂੰ ਇਹ ਮੁੱਲ ਦੇਣਾ ਪੈਂਦਾ ਹੈ ਕਿ ਉਹ ਵੇਲਣੇ ਵਿੱਚ ਪੀੜੀਦਾ ਹੈ। ਸੋ ਗੁਣਾਂ ਦੇ ਬਦਲੇ ਔਗੁਣਾਂ ਨੂੰ ਛੱਡ ਕੇ ਆਪਾ ਭਾਵ ਵੱਲੋਂ ਮਰਨਾ ਹੀ ਪੈਂਦਾ ਹੈ। ਅਵਗੁਣਿਆਰੇ ਮਾਨਸੈ, ਭਲੋ ਨਾ ਕਹਿ ਕੋਏ। ਜੋ ਮਨੁੱਖ ਆਪਾ ਭਾਵ ਨਹੀਂ ਤਿਆਗਦਾ ਤੇ ਵਿਕਾਰਾਂ ਵੱਲ ਹੀ ਰੁਚੀ ਰੱਖਦਾ ਹੈ, ਉਸ ਵਿਕਾਰੀ ਮਨੁੱਖ ਨੂੰ ਜਗਤ ਵਿੱਚ ਕੋਈ ਬੰਦਾ ਚੰਗਾ ਨਹੀਂ ਆਖਦਾ। ਭਾਵ ਭਗਤੀ ਦੀ ਦਾਤ ਤੋਂ ਵਾਂਝਾ ਰਹਿੰਦਾ ਹੈ ਤੇ ਜਗਤ ਵਿੱਚ ਬਦਨਾਮੀ ਵੀ ਖੱਟਦਾ ਹੈ। ਕਬੀਰ ਗਾਗਰ ਜਲ ਪਰੀ, ਆਜ ਕਾਲ ਜੈ ਹੈ ਫੂਟ। ਹੇ ਕਬੀਰ, ਮਿੱਟੀ ਦਾ ਕੱਚਾ ਘੜਾ ਪਾਣੀ ਨਾਲ ਭਰਿਆ ਹੋਇਆ ਹੋਵੇ, ਉਹ ਛੇਤੀ ਹੀ ਫੁੱਟ ਜਾਂਦਾ ਹੈ। ਇਸ ਸਰੀਰ ਦੀ ਵੀ ਇਹੀ ਪਾਇਆ ਹੈ, ਸਦਾ ਕਾਇਮ ਨਹੀਂ ਰਹਿ ਸਕਦਾ। ਮਨੁੱਖਾ ਜਨਮ ਦਾ ਮਨੋਰਥ ਪ੍ਰਾਪਤ ਕਰਨ ਲਈ ਇਸ ਸਰੀਰ ਦਾ ਮੋਹ ਇਸ ਦੇ ਨਾਸ਼ ਹੋਣ ਤੋਂ ਪਹਿਲਾਂ ਹੀ ਤਿਆਗਣਾ ਹੈ। ਆਪਣੀ ਮਰਜ਼ੀ ਤਿਆਗ ਕੇ ਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰਨਾ ਹੈ। ਪਰ ਗੁਰ ਜੋ ਨਾ ਚੇਤੈ ਆਪਨੋ, ਅਦਮਾਜ ਲੀਜੀ ਗੈ ਲੂਟ। ਜੋ ਮਨੁੱਖ ਆਪਣੇ ਗੁਰੂ ਨੂੰ ਯਾਦ ਨਹੀਂ ਰੱਖਦੇ, ਸਰੀਰਕ ਮੋਹ ਵਿੱਚ ਫਸ ਕੇ ਗੁਰੂ ਨੂੰ ਭੁਲਾ ਬੈਠਦੇ ਹਨ, ਗੁਰੂ ਦੇ ਦੱਸੇ ਰਾਹ ਨੂੰ ਵਿਸਾਰ ਦਿੰਦੇ ਹਨ, ਉਹ ਮਨੁੱਖ ਜ਼ਿੰਦਗੀ ਦੇ ਸਫ਼ਰ ਦੇ ਅੱਧ ਵਿੱਚ ਹੀ ਲੁੱਟ ਲਏ ਜਾਂਦੇ ਹਨ। ਕਾਮਾਦਕ ਵਿਕਾਰ ਆਪਣੇ ਜਾਲ ਵਿੱਚ ਫਸਾ ਕੇ ਉਹਨਾਂ ਦੇ ਸਾਰੇ ਗੁਣ ਨਾਸ਼ ਕਰ ਦਿੰਦੇ ਹਨ। ਵਿਕਾਰਾਂ ਵਿੱਚ ਪੈ ਕੇ ਇੱਥੋਂ ਦੀ ਰਾਸ ਪੂੰਜੀ ਵੀ ਮੁੱਕ ਜਾਂਦੀ ਹੈ ਤੇ ਪ੍ਰਲੋਕ ਵੀ ਵਿਗੜ ਜਾਂਦਾ ਹੈ। ਕਬੀਰ ਕੂਕਰ ਰਾਮ ਕੋ, ਮੁਤੀਆ ਮੇਰੋ ਨਾਉ। ਹੇ ਕਬੀਰ, ਮੈਂ ਆਪਣੇ ਮਾਲਕ ਪ੍ਰਭੂ ਦੇ ਦਰ ਦਾ ਕੁੱਤਾ ਹਾਂ, ਪ੍ਰਭੂ ਦੇ ਦਰਵਾਜ਼ੇ ਤੇ ਹੀ ਟਿਕਿਆ ਰਹਿੰਦਾ ਹਾਂ ਤੇ ਇਸ ਕਰਕੇ ਮੇਰਾ ਨਾਮ ਵੀ ਮੋਤੀ ਪੈ ਗਿਆ ਹੈ। ਭਾਵ ਦੁਨੀਆ ਵੀ ਮੈਨੂੰ ਪਿਆਰ ਨਾਲ ਬੁਲਾਉਂਦੀ ਹੈ। ਗਲੇ ਹਮਾਰੇ ਜੇਵਰੀ, ਜੈ ਖਿੰਚੈ ਤੈ ਜਾਉ। ਮੇਰੇ ਮਾਲਕ ਪ੍ਰਭੂ ਨੇ ਮੇਰੇ ਗਲ ਵਿੱਚ ਰੱਸੀ ਪਾਈ ਹੋਈ ਹੈ, ਜਿੱਧਰ ਉਹ ਮੈਨੂੰ ਖਿੱਚਦਾ ਹੈ ਮੈਂ ਉੱਧਰ ਹੀ ਜਾਂਦਾ ਹਾਂ। ਕਬੀਰ ਜਪਣੀ ਕਾਠ ਕੀ, ਕਿਆ ਦਿਖਲਾਵੈ ਲੋਏ। ਹੇ ਕਬੀਰ, ਤੂੰ ਤੁਲਸੀ, ਰੁਦਰਾਖ ਆਦਿਕ ਦੀ ਮਾਲਾ ਹੱਥ ਵਿੱਚ ਲੈ ਕੇ ਕਿਉਂ ਲੋਕਾਂ ਨੂੰ ਵਿਖਾਉਂਦਾ ਫਿਰਦਾ ਹੈ। ਹਿਰਦੈ ਰਾਮ ਨਾ ਚੇਤਹੀ, ਇਹ ਜਪਣੀ ਕਿਆ ਹੋਏ। ਤੂੰ ਆਪਣੇ ਹਿਰਦੇ ਵਿੱਚ ਤਾਂ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਹੱਥ ਵਿੱਚ ਫੜੀ ਹੋਈ ਇਸ ਮਾਲਾ ਦਾ ਕੋਈ ਲਾਭ ਨਹੀਂ ਹੋ ਸਕਦਾ। ਕਬੀਰ ਬਿਰਹੋਂ ਭਯੰਗਮ ਮਨ ਬਸੈ, ਮੰਤ ਨਾ ਮਾਨੈ ਕੋਏ। ਹੇ ਕਬੀਰ, ਕਾਠ ਕੀ ਜਪੜੀ ਤਾਂ ਕੁਝ ਸਵਾਰ ਨਹੀਂ ਸਕਦੀ, ਪਰ ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦੀ ਸ਼ਰਨ ਪੈ ਕੇ ਬਿਰਹੋਂ ਦਾ ਛਾਪਾ ਵਸੇ, ਜਿਸ ਮਨੁੱਖ ਨੂੰ ਗੁਰੂ ਦਰ ਤੋਂ ਇਹ ਸੂਝ ਮਿਲ ਜਾਏ ਕਿ ਇਹਨਾਂ ਕਾਮਾਦਿਕਾਂ ਨੇ ਮੈਨੂੰ ਰੱਬ ਨਾਲੋਂ ਵਿਛੋੜ ਦਿੱਤਾ ਹੈ, ਕਾਮਾਦਿਕਾਂ ਦਾ ਕੋਈ ਮੰਤਰ ਉਸ ਉੱਤੇ ਨਹੀਂ ਚੱਲ ਸਕਦਾ। ਰਾਮ ਵਿਯੋਗੀ ਨਾ ਜੀਐ, ਜੀਐ ਤਾਂ ਬੋਰਾ ਹੋਏ।
ਪਰਮਾਤਮਾ ਤੋਂ ਵਿਛੋੜੇ ਨੂੰ ਮਹਿਸੂਸ ਕਰਨ ਵਾਲਾ ਮਨੁੱਖ ਜਿਉਂ ਹੀ ਨਹੀਂ ਸਕਦਾ। ਭਾਵ ਪਰਮਾਤਮਾ ਤੋਂ ਵਿਛੋੜੇ ਦਾ ਅਹਿਸਾਸ ਇੱਕ ਐਸਾ ਡੰਗ ਹੈ ਕਿ ਇਸ ਦਾ ਡੰਗਿਆ ਹੋਇਆ ਬੰਦਾ ਮਾਇਕ ਭੋਗਾਂ ਵਾਸਤੇ ਜਿਉਂ ਹੀ ਨਹੀਂ ਸਕਦਾ। ਜਿਹੜਾ ਜੀਵਨ ਉਹ ਜਿਉਂਦਾ ਹੈ ਦੁਨੀਆ ਦੇ ਭਾਣੇ ਉਹ ਝੱਲਿਆਂ ਵਾਲਾ ਜੀਵਨ ਹੈ। ਕਬੀਰ ਪਾਰਸ ਚੰਦਨ ਤਿਨ ਹੈ ਏਕ ਸੁਗੰਧ। ਹੇ ਕਬੀਰ, ਪਾਰਸ ਅਤੇ ਚੰਦਨ ਇਹਨਾਂ ਦੋਹਾਂ ਵਿੱਚ ਇੱਕ ਇੱਕ ਗੁਣ ਹੈ। ਤੇ ਮਿਲ ਤਿਉ ਊਤਮ ਪਏ ਲੋਹ ਕਾਠ ਨਿਰਗੰਧ। ਲੋਹਾ ਅਤੇ ਸੁਗੰਧੀਹੀਣ ਲੱਕੜੀ ਇਹਨਾਂ ਨਾਲ ਛੋਹ ਕੇ ਉੱਤਮ ਬਣ ਜਾਂਦੇ ਹਨ। ਲੋਹਾ ਪਾਰਸ ਨੂੰ ਛੋਹ ਕੇ ਸੋਨਾ ਬਣ ਜਾਂਦਾ ਹੈ। ਸਧਾਰਨ ਰੁੱਖ ਚੰਦਨ ਦੇ ਨੇੜੇ ਰਹਿ ਕੇ ਸੁਗੰਧੀ ਵਾਲਾ ਹੋ ਜਾਂਦਾ ਹੈ। ਤਿਵੇਂ ਪਹਿਲਾਂ ਕਾਮਾਦਿਕਾਂ ਤੋਂ ਵਿਕਿਆ ਮਨੁੱਖ ਗੁਰੂ ਨੂੰ ਮਿਲ ਕੇ ਰਾਮ ਵਿਯੋਗੀ ਬਣ ਜਾਂਦਾ ਹੈ। ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਹੇ ਕਬੀਰ, ਕਾਮਾਦਿਕਾਂ ਦੇ ਵਸ ਪਏ ਰਿਹਾ ਜਮ ਦਾ ਡੰਡਾ ਸਿਰ ਤੇ ਵੱਜਦਾ ਹੈ। ਜਨਮ ਮਰਨ ਦੇ ਗੇੜ ਵਿੱਚ ਪੈ ਜਾਈਦਾ ਹੈ ਤੇ ਜਮ ਦੀ ਇਹ ਸੱਟ ਇਤਨੀ ਭੈੜੀ ਹੈ ਕਿ ਸਹਾਰਨੀ ਬੜੀ ਔਖੀ ਹੈ। ਏਕ ਜੋ ਸਾਧੂ ਮੋਹਿ ਮਿਲਿਓ ਤਿਨ ਲਿਆ ਅੰਚਲ ਲਾਏ। ਪ੍ਰਮਾਤਮਾ ਦੀ ਕਿਰਪਾ ਨਾਲ ਮੈਨੂੰ ਗੁਰੂ ਮਿਲ ਪਿਆ। ਉਸਨੇ ਆਪਣੇ ਲੜ ਲਾ ਲਿਆ ਤੇ ਮੈਂ ਕਾਮਾਦਿਕਾਂ ਦੇ ਢਏ ਨਹੀਂ ਚੜਿਆ। ਕਬੀਰ ਬੈਦ ਕਹੈ ਹਉ ਹੀ ਭਲਾ ਦਾਰੂ ਮੇਰੇ ਵਸ। ਹੇ ਕਬੀਰ, ਹਕੀਮ ਤਾਂ ਆਖਦਾ ਹੈ ਕਿ ਮੈਂ ਬੜਾ ਸਿਆਣਾ ਹਾਂ। ਰੋਗ ਆਉਣ ਤੇ ਜਿੰਦ ਨੂੰ ਸਰੀਰ ਨਾਲੋਂ ਵਿਛੜਨ ਤੋਂ ਬਚਾਉਣ ਲਈ ਇਲਾਜ ਮੇਰੇ ਇਖਤਿਆਰ ਵਿੱਚ ਹੈ। ਮੈਂ ਰੋਗ ਦਾ ਇਲਾਜ ਕਰਨਾ ਜਾਣਦਾ ਹਾਂ। ਇਹ ਤੋ ਬਸਤ ਗੋਪਾਲ ਕੀ ਜਬ ਪਾਵੈ ਲਿਹੇ ਖਸ। ਪਰ ਇਹ ਜਿੰਦ ਉਸ ਮਾਲਕ ਪ੍ਰਭੂ ਦੀ ਦਿੱਤੀ ਹੋਈ ਅਮਾਨਤੀ ਚੀਜ਼ ਹੈ। ਜਦੋਂ ਉਹ ਚਾਹੁੰਦਾ ਹੈ ਸਰੀਰ ਵਿੱਚੋਂ ਮੋੜ ਲੈਂਦਾ ਹੈ। ਇੱਥੇ ਸਦਾ ਨਹੀਂ ਟਿਕੇ ਰਹਿਣਾ। ਤਾਂ ਤੇ ਜਮ ਦੇ ਠੇਂਗੇ ਦਾ ਖਿਆਲ ਰੱਖੋ ਤੇ ਗੁਰੂ ਦਰ ਤੇ ਆ ਕੇ ਗੁਣ ਕੋ ਮਰੀਆ ਰੋਏ। ਕਬੀਰ ਨੌਬਤ ਆਪਣੀ ਦਿਨ ਦਸ ਲਿਹੋ ਬਜਾਏ। ਹੇ ਕਬੀਰ, ਜੇ ਤੂੰ ਇਹ ਨਹੀਂ ਸੁਣਦਾ ਤਾਂ ਤੇਰੀ ਮਰਜ਼ੀ। ਮਨ ਮੰਨੀਆਂ ਮੌਜਾਂ ਮਾਣ ਲੈ, ਪਰ ਇਹ ਮੌਜਾਂ ਹਨ ਸਿਰਫ 10 ਦਿਨਾਂ ਲਈ ਹੀ। ਨਦੀ ਨਾਵ ਸੰਜੋਗ ਜਿਉ ਬਹੁਰ ਨਾ ਮਿਲ ਹੈ ਆਏ। ਜਿਵੇਂ ਨਦੀ ਤੋਂ ਪਾਰ ਲੰਘਣ ਲਈ ਬੇੜੀ ਵਿੱਚ ਬੈਠੇ ਮੁਸਾਫਰਾਂ ਦਾ ਮਿਲਾਪ ਹੈ, ਮੁੜ ਉਹ ਸਾਰੇ ਕਦੇ ਨਹੀਂ ਮਿਲਦੇ, ਤਿਵੇਂ ਮਨ ਮੰਨੀਆਂ ਮੌਜਾਂ ਵਿੱਚ ਗਵਾਇਆ ਹੋਇਆ ਇਹ ਮਨੁੱਖਾ ਸਰੀਰ ਮੁੜ ਨਹੀਂ ਮਿਲੇਗਾ। ਕਬੀਰ ਸਾਤ ਸਮੁੰਦਰ ਮਸ ਕਰੋ ਕਲਮ ਕਰੋ ਬਨ ਰਾਏ। ਹੇ ਕਬੀਰ, ਜੇ ਮੈਂ 7 ਹੀ ਸਮੁੰਦਰਾਂ ਦੇ ਪਾਣੀ ਨੂੰ ਸਿਆਹੀ ਬਣਾ ਲਵਾਂ, ਸਾਰੇ ਰੁੱਖਾਂ ਬਿਰਖਾਂ ਦੀਆਂ ਕਲਮਾਂ ਘੜ ਲਵਾਂ, ਸਾਰੀ ਧਰਤੀ ਨੂੰ ਕਾਗਜ਼ ਦੇ ਥਾਂ ਵਰਤਾਂ, ਬਸੁਦਾ ਕਾਗਦ ਜੌਹਰੋ ਬਸੁਦਾ ਕਾਗਦ ਜੋ ਕਰੋ ਹਰ ਜਸ ਲਿਖਣ ਨਾ ਜਾਏ। ਤਾਂ ਵੀ ਪ੍ਰਮਾਤਮਾ ਦੇ ਗੁਣ ਪੂਰਨ ਤੌਰ ਤੇ ਲਿਖੇ ਨਹੀਂ ਜਾ ਸਕਦੇ। ਭਾਵ ਇਨਸਾਨ ਨੇ ਪ੍ਰਮਾਤਮਾ ਦੇ ਗੁਣ ਇਸ ਵਾਸਤੇ ਨਹੀਂ ਗਾਵਣੇ ਕਿ ਗੁਣਾਂ ਦਾ ਅੰਤ ਪਾਇਆ ਜਾ ਸਕੇ ਤੇ ਸਾਰੇ ਗੁਣ ਬਿਆਨ ਕੀਤੇ ਜਾ ਸਕਣ। ਕਬੀਰ ਜਾਤ ਜੁਲਾਹਾ ਕਿਆ ਕਰੈ ਹਿਰਦੈ ਬਸੇ ਗੋਪਾਲ। ਹੇ ਕਬੀਰ, ਪ੍ਰਭੂ ਦੇ ਗੁਣ ਗਾਵਿਆਂ ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ, ਪਰ ਸਿਫਤ ਸਲਾਹ ਦੀ ਬਰਕਤ ਨਾਲ ਮੇਰੀ ਨੀਵੀਂ ਜੁਲਾਹਾ ਜਾਤ ਮੇਰੇ ਅੰਦਰ ਨਿਤਾਣਾਪਣ ਪੈਦਾ ਨਹੀਂ ਕਰ ਸਕਦੀ, ਕਿਉਂਕਿ ਹੁਣ ਮੇਰੇ ਹਿਰਦੇ ਵਿੱਚ ਸ੍ਰਿਸ਼ਟੀ ਦਾ ਮਾਲਕ ਪ੍ਰਮਾਤਮਾ ਵਸ ਰਿਹਾ ਹੈ। ਕਬੀਰ ਰਮਈਆ ਕੰਠ ਮਿਲ
ਚੂਕੈ ਸਰਬ ਜੰਜਾਲ। ਹੇ ਕਬੀਰ, ਪ੍ਰਭੂ ਦੀ ਯਾਦ ਵਿੱਚ ਜੁੜ। ਨਿਰੀ ਨੀਵੀਂ ਜਾਤ ਦੀ ਕਮਜ਼ੋਰੀ ਹੀ ਨਹੀਂ, ਮਾਇਆ ਦੇ ਸਾਰੇ ਹੀ ਜੰਜਾਲ ਮੁੱਕ ਜਾਣਗੇ। ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ। ਹੇ ਕਬੀਰ, ਭਾਵੇਂ ਸ਼ਬਦ ਸਲਾਹ ਵਿੱਚ ਬੜੀ ਬਰਕਤ ਹੈ, ਪਰ ਸਰੀਰਕ ਮੋਹ ਅਤੇ ਕਾਮਾਦਿਕਾਂ ਦਾ ਇਤਨਾ ਜ਼ੋਰ ਹੈ ਕਿ ਕੋਈ ਵਿਰਲਾ ਅਜਿਹਾ ਮਨੁੱਖ ਹੈ ਜੋ ਸਰੀਰਕ ਮੋਹ ਨੂੰ ਸਾੜਦਾ ਹੈ। ਪੰਚੋ ਲੜਕੇ ਮਾਰ ਕੈ ਰਹਿ ਰਾਮ ਲਿਓ ਲਾਈ। ਕੋਈ ਵਿਰਲਾ ਹੈ ਜੋ ਕਾਮਾਦਿਕ ਮਾਇਆ ਦੇ ਪੰਜਾਂ ਪੁੱਤਰਾਂ ਨੂੰ ਮਾਰ ਕੇ ਪ੍ਰਭੂ ਨਾਲ ਲਿਵ ਲਾਈ ਰੱਖਦਾ ਹੈ। ਕਬੀਰ ਐਸਾ ਕੋ ਨਹੀਂ ਇਹ ਤਨ ਦੇਵੈ ਫੂਕ। ਹੇ ਕਬੀਰ, ਮਾਇਆ ਦੇ ਪ੍ਰਭਾਵ ਕਰਕੇ ਕੋਈ ਵਿਰਲਾ ਹੀ ਅਜਿਹਾ ਮਿਲਦਾ ਹੈ ਜੋ ਪ੍ਰਭੂ ਦੀ ਸਿਫਤ ਸਲਾਹ ਕਰੇ ਤੇ ਸਰੀਰਕ ਮੋਹ ਨੂੰ ਸਾੜ ਦੇਵੇ। ਅੰਧਾ ਲੋਗ ਨਾ ਜਾਣਈ ਰਹਿਓ ਕਬੀਰਾ ਕੂਕਾ। ਜਗਤ ਮੋਹ ਵਿੱਚ ਇਤਨਾ ਗਰਕ ਹੈ ਕਿ ਇਸ ਨੂੰ ਆਪਣੀ ਭਲਾਈ ਸੁੱਝਦੀ ਹੀ ਨਹੀਂ, ਭਾਵੇਂ ਕਬੀਰ ਉੱਚੀ ਉੱਚੀ ਦੱਸ ਰਿਹਾ ਹੈ। ਕਬੀਰ ਸਤੀ ਪੁਕਾਰੈ ਚਿਹ ਚੜੀ, ਸੁਨਹੁ ਬੀਰ ਮਸਾਨ। ਹੇ ਕਬੀਰ, ਜੋ ਇਸਤਰੀ ਆਪਣੇ ਪ੍ਰਲੋਕ ਆਪਣੇ ਪਤੀ ਨੂੰ ਮਿਲਣ ਦੀ ਖਾਤਰ ਉਸ ਦੇ ਸਰੀਰ ਨਾਲ ਆਪਣੇ ਆਪ ਨੂੰ ਸਾੜਨ ਲਈ ਤਿਆਰ ਹੁੰਦੀ ਹੈ, ਉਹ ਚਿਖਾ ਉੱਤੇ ਚੜ੍ਹ ਕੇ ਦਲੇਰ ਹੋ ਕੇ ਆਖਦੀ ਹੈ, ਹੇ ਵੀਰ ਮਸਾਨ, ਲੋਗ ਸਬਾਇਆ ਚੱਲ ਗਇਓ, ਹਮ ਤੁਮ ਕਾਮ ਨਿਦਾਨ। ਸੁਣ, ਸਾਰੇ ਸੰਬੰਧੀ ਮੇਰਾ ਸਾਥ ਛੱਡ ਗਏ ਹਨ, ਮੈਨੂੰ ਕੋਈ ਮੇਰੇ ਪਤੀ ਨਾਲ ਨਹੀਂ ਮਿਲਾ ਸਕਿਆ। ਆਖਰ ਹੇ ਵੀਰ, ਮੈਨੂੰ ਤੇਰੇ ਨਾਲ ਗਰਜ ਪਈ ਹੈ। ਕਬੀਰ ਸਤੀ ਪੁਕਾਰੈ ਚਿਹ ਚੜੀ, ਸੁਨਹੁ ਬੀਰ ਮਸਾਨ। ਲੋਗ ਸਬਾਇਆ ਚੱਲ ਗਇਓ, ਹਮ ਤੁਮ ਕਾਮ ਨਿਦਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।